ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਡੱਲਾ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਵਿੱਚ ਸਿਆਸੀ ਹਮਲਾ ਕੀਤਾ ਗਿਆ ਸੀ ਰਾਜਪਾਲ ਦੇ ਉੱਪਰ, ਜਿਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਹੁਣ ਕੀਤੀ ਹੈ ਪੰਜਾਬ ਦੇ ਗਵਰਨਰ ਨੇ, ਤੇ ਉਹਨਾਂ ਨੇ ਵੀ ਆਪਣੇ ਦਿਲ ਦੀ ਗੱਲ ਜਿਹੜੀ ਹੈ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਰੱਖੀ ਹੈ, ਸਾਂਝੀ ਕੀਤੀ ਹੈ। ਪੰਜਾਬ ਦੇ ਗਵਰਨਰ ਕਹਿੰਦੇ ਨੇ ਕਿ ਮੇਰੀਆਂ ਤਾਂ ਚਿੱਠੀਆਂ ਦਾ ਜਵਾਬ ਵੀ ਮੈਨੂੰ ਨਹੀਂ ਦਿੱਤਾ ਜਾਂਦਾ। ਸੋ ਇਹ ਪੂਰੀ ਸਥਿਤੀ ਜਿਹੜੀ ਨਵੇਂ ਸਿਰੇ ਤੋਂ ਤਕਰਾਰ ਵਾਲੀ ਬਣਦੀ ਨਜ਼ਰ ਆ ਰਹੀ ਹੈ ਸਰਕਾਰ ਅਤੇ ਗਵਰਨਰ ਦੇ ਵਿਚਾਲੇ। ਸਥਿਤੀ ਕੀ ਹੈ, ਕਿਵੇਂ ਵੇਖਦੇ ਹੋ ਤੁਸੀਂ? ਹਰਜੋਤ ਜੀ, ਵੱਡਾ ਟਕਰਾਅ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਗਵਰਨਰ ਔਰ ਪੰਜਾਬ ਦੇ ਮੁੱਖ ਮੰਤਰੀ ਦੇ ਵਿਚਾਲੇ। ਸਾਨੂੰ ਪਤਾ ਹੈ ਦਿੱਲੀ ਦੇ ਵਿੱਚ 11 ਤਰੀਕ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਰੈਲੀ ਹੋਈ ਸੀ। ਗੱਲ ਨਵੇਂ ਸਿਰੇ ਤੋਂ ਇਸ ਰੈਲੀ ਤੋਂ ਸ਼ੁਰੂ ਹੋਈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਤਾਂ ਵਿਧਾਨ ਸਭਾ ਸੈਸ਼ਨ ਨਹੀਂ ਸੀ ਬੁਲਾਉਣ ਦੇ ਰਹੇ, ਅਸੀਂ ਸੁਪਰੀਮ ਕੋਰਟ ਗਏ। ਪੰਜਾਬ ਦੇ ਗਵਰਨਰ ਸੈਸ਼ਨ ਦੇ ਦੌਰਾਨ ਭਾਸ਼ਣ ਪੜ੍ਹਨ ਵੇਲੇ ਮਾਈ ਗਵਰਨਮੈਂਟ ਨਹੀਂ ਬੋਲ ਰਹੇ ਸੀ, ਤੇ ਜਦੋਂ ਮੈਂ ਕਿਹਾ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਤੇ ਫਿਰ ਉਹਨਾਂ ਨੇ ਮਾਈ ਗਵਰਨਮੈਂਟ ਬੋਲਿਆ। ਇਹ ਰੈਲੀ ਦੇ ਵਿੱਚ ਉਹਨਾਂ ਨੇ ਬੋਲਿਆ। ਤੇ ਕੱਲ ਇੱਕ ਪੱਤਰਕਾਰ ਵਾਰਤਾ ਦੇ ਵਿੱਚ ਪੰਜਾਬ ਦੇ ਗਵਰਨਰ ਨੂੰ ਪੱਤਰਕਾਰਾਂ ਨੇ ਸਵਾਲ ਪੁੱਛ ਲਏ ਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਇਹ ਇਲਜ਼ਾਮ ਲਾ ਰਹੇ ਨੇ। ਪੰਜਾਬ ਦੇ ਗਵਰਨਰ ਕਹਿੰਦੇ ਰਿਕਾਰਡ ਪੇਸ਼ ਕਰੋ। ਪੰਜਾਬ ਦੇ ਗਵਰਨਰ ਕਹਿੰਦੇ ਸੁਪਰੀਮ ਕੋਰਟ ਨੇ ਤਾਂ ਇਹ ਵੀ ਕਿਹਾ ਸੀ ਕਿ ਤੁਸੀਂ ਗਵਰਨਰ ਦੇ ਸਵਾਲਾਂ ਦਾ ਜਵਾਬ ਦਿਓ। ਗਵਰਨਰ ਸਾਹਿਬ ਬਨਵਾਰੀ ਲਾਲ ਪੁਰੋਹਿਤ ਜੀ ਕਹਿੰਦੇ ਮੈਂ 10 ਵਾਰ 10 ਚਿੱਠੀਆਂ ਲਿਖੀਆਂ ਨੇ, ਮੈਨੂੰ ਜਵਾਬ ਨਹੀਂ ਮਿਲਿਆ। ਉਹ ਕਹਿੰਦੇ ਕਿ ਸਰਕਾਰ ਕਿਤੇ ਨਾ ਕਿਤੇ ਸੰਵਿਧਾਨ ਦੇ ਦਾਇਰੇ 'ਚ ਕੰਮ ਨਹੀਂ ਕਰ ਰਹੀ। ਔਰ ਇੱਕ ਤਰੀਕੇ ਨਾਲ ਗਵਰਨਰ ਦਾ ਇਹ ਕਹਿਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਿਆਨ ਹੈ। ਔਰ ਕਿਉਂਕਿ ਇਲਜ਼ਾਮਾਂ ਦੀ ਸਿਆਸਤ ਹੈ, ਭਗਵੰਤ ਮਾਨ ਰੈਲੀ 'ਚ ਬੋਲੇ ਸੀ, ਗਵਰਨਰ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਰਿਕਾਰਡ ਦਿਓ। ਭਗਵੰਤ ਮਾਨ ਨੇ ਕੱਲ੍ਹ ਇੱਕ ਵਾਰੀ ਫੇਰ ਟਵੀਟ ਕਰ ਦਿੱਤਾ ਸ਼ਾਮ ਨੂੰ। ਭਗਵੰਤ ਮਾਨ ਕਹਿੰਦੇ ਮਾਨਯੋਗ ਗਵਰਨਰ ਸਾਹਿਬ ਜੀ, ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ। ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸੈਸ਼ਨ ਦੀ ਵੀਡੀਓ ਦਾ ਸਬੂਤ ਲਾਇਆ। ਕਹਿੰਦੇ ਪਹਿਲਾਂ ਤੁਸੀਂ ਮਾਈ ਗਵਰਨਮੈਂਟ ਕਿਹਾ, ਫਿਰ ਵਿਰੋਧੀ ਧਿਰ ਦੇ ਕਹਿਣ 'ਤੇ ਤੁਸੀਂ ਸਿਰਫ ਗਵਰਨਮੈਂਟ ਕਹਿਣ ਲੱਗ ਪਏ। ਜਦ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ ਉਹੀ ਬੋਲਣਾ ਪਵੇਗਾ, ਤਾਂ ਤੁਸੀਂ ਮੈਨੂੰ ਸਹੀ ਠਹਿਰਾਉਂਦੇ ਹੋਏ ਮਾਈ ਗਵਰਨਮੈਂਟ ਕਹਿਣ ਲੱਗੇ। ਰਾਜਪਾਲ ਸਾਹਿਬ, ਮੈਂ ਤੱਥਾਂ ਤੋਂ ਬਿਨਾਂ ਨਹੀਂ ਬੋਲਦਾ। ਇਹ ਭਗਵੰਤ ਮਾਨ ਕਹਿੰਦੇ ਮੈਂ ਤੱਥਾਂ ਤੋਂ ਬਿਨਾਂ ਨਹੀਂ ਬੋਲਦਾ। ਭਗਵੰਤ ਮਾਨ ਸਾਹਿਬ ਨੇ ਇਹ ਤਾਂ ਸਬੂਤ ਦਿੱਤਾ ਕਿ ਤੁਸੀਂ ਮਾਈ ਗਵਰਨਮੈਂਟ ਬੋਲਿਆ ਜਦੋਂ ਮੈਂ ਸੁਪਰੀਮ ਕੋਰਟ ਦੀ ਗੱਲ ਕੀਤੀ, ਪਰ ਭਗਵੰਤ ਮਾਨ ਸਾਹਿਬ ਨੇ ਆਹ ਸਬੂਤ ਨਹੀਂ ਦਿੱਤਾ ਜਦੋਂ ਗਵਰਨਰ ਕਹਿੰਦੇ ਵੀ ਮੈਂ 10 ਚਿੱਠੀਆਂ ਲਿਖੀਆਂ ਤੇ ਮੈਨੂੰ ਜਵਾਬ ਨਹੀਂ ਮਿਲੇ। ਇਹ ਵੀ ਸਬੂਤ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੂੰ ਦੇ ਦੇਣੇ ਚਾਹੀਦੇ ਨੇ। ਗਵਰਨਰ ਸਾਹਿਬ ਨੂੰ ਝੂਠਾ ਸਾਬਤ ਕਰ ਦੇਣਾ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ, ਔਰ ਚਿੱਠੀਆਂ ਸਾਰਵਜਨਿਕ ਕਰ ਦੇਣੀਆਂ ਚਾਹੀਦੀਆਂ ਨੇ ਜਿਹੜੇ ਜਵਾਬ ਭਗਵੰਤ ਮਾਨ ਸਾਹਿਬ ਨੇ ਦਿੱਤੇ, ਕਿਉਂਕਿ ਇਹ ਗੱਲ ਸੁਪਰੀਮ ਕੋਰਟ ਦੇ ਫੈਸਲੇ 'ਚ ਵੀ ਆਈ ਸੀ। ਔਰ ਗਵਰਨਰ ਸਾਹਿਬ ਵੀ ਕਹਿ ਰਹੇ ਨੇ ਕਿ ਮੇਰੇ ਸਵਾਲਾਂ ਦਾ ਜਵਾਬ ਵੀ ਸਰਕਾਰ ਨੂੰ ਦੇਣਾ ਹੋਏਗਾ। ਹੁਣ ਇੱਥੇ ਰੇੜਕਾ ਬਰਕਰਾਰ ਹੈ ਕਿਉਂਕਿ ਇਸ ਤਰ੍ਹਾਂ ਦੇ ਸਬੂਤ ਕੋਈ ਨਹੀਂ ਦਿੱਤੇ ਗਏ। ਗਵਰਨਰ ਕਹਿੰਦੇ ਮੇਰੀਆਂ ਚਿੱਠੀਆਂ ਦੇ ਜਵਾਬ ਨਹੀਂ ਮਿਲ ਰਹੇ। ਫਿਰ ਗਵਰਨਰ ਨੇ ਇੱਕ ਮੰਤਰੀ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਵੀ ਕੀਤੀ ਸੀ। ਸਰਕਾਰ ਦਾ ਉਸ ਪਾਸੇ ਵੀ ਕਿਸੇ ਤਰ੍ਹਾਂ ਦਾ ਹਜੇ ਤੱਕ ਕਾਰਵਾਈ ਦਾ ਆਰਡਰ ਸਾਹਮਣੇ ਨਹੀਂ ਆਇਆ ਕਿ ਗਵਰਨਰ ਦੀ ਸਿਫਾਰਿਸ਼ 'ਤੇ ਪੰਜਾਬ ਸਰਕਾਰ ਨੇ ਇੱਕ ਮੰਤਰੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ। ਉਂਝ ਕਹਿੰਦੇ ਨੇ ਕਿ ਮੰਤਰੀ ਦੀ ਇੱਕ ਵੀਡੀਓ ਹੈ, ਜਿਵੇਂ ਪੰਜਾਬੀ ਭਾਸ਼ਾ 'ਚ ਕਹਾਂ ਕਿ ਉਹ ਵੀਡੀਓ ਦੇਖਣ ਯੋਗ ਨਹੀਂ ਹੈ, ਹਿੰਦੀ 'ਚ ਉਹਨੂੰ ਆਪੱਤੀਜਨਕ ਕਹਿ ਦਿੰਦੇ ਨੇ। ਸੋ ਗੈਰ ਮਰਿਆਦਤ ਵੀਡੀਓ ਹੈ। ਸੁਖਪਾਲ ਖਹਿਰਾ ਦਾਅਵਾ ਕਰਦੇ ਨੇ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀ ਹੈ। ਉਹਦੀ ਜਾਂਚ ਕਿੱਥੇ ਤੱਕ ਪਹੁੰਚੀ, ਪੁਲਿਸ ਕਿਸ ਰੂਪ 'ਚ ਜਾਂਚ ਕਰ ਰਹੀ ਹੈ। ਪੰਜਾਬ ਦੇ ਡੀਜੀਪੀ ਤੋਂ ਇੱਕ ਵਾਰ ਫਿਰ ਨੋਟਿਸ ਕੀਤਾ ਗਿਆ ਸੀ ਐਸਸੀ ਕਮਿਸ਼ਨ ਵੱਲੋਂ ਕਿ ਕਾਰਵਾਈ ਰਿਪੋਰਟ ਭੇਜੋ, ਪਰ ਉਸ ਮਾਮਲੇ 'ਤੇ ਕਿਸੇ ਤਰ੍ਹਾਂ ਦਾ ਕੋਈ ਸਬੂਤ ਹਜੇ ਬਾਹਰ ਨਹੀਂ ਆਇਆ। ਮੈਨੂੰ ਲੱਗਦਾ ਕਿ ਹੋ ਸਕਦਾ ਹੈ ਮੰਤਰੀ ਦੇ ਜਿਹੜੀ ਉਹ ਮੰਤਰੀ ਬਾਰੇ ਵੀਡੀਓ ਸੀ, ਹੋ ਸਕਦਾ ਹੈ ਉਹ ਵੀਡੀਓ ਦੀ ਸਰਕਾਰ ਆਪਣੇ ਪੱਧਰ 'ਤੇ ਕੋਈ ਜਾਂਚ ਕਰਾ ਰਹੀ ਹੋਵੇ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਅਗਰ ਮੰਤਰੀ ਦੀ ਕੋਈ ਇਸ ਤਰ੍ਹਾਂ ਦੀ ਗੈਰ ਮਰਿਆਦਤ ਵੀਡੀਓ ਹੋਏਗੀ ਤੇ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਉਸ ਮੰਤਰੀ ਨੂੰ ਕੈਬਨਿਟ 'ਚ ਰੱਖਣਗੇ। ਉਹਦਾ ਇੰਤਜ਼ਾਰ ਕਰਨਾ ਚਾਹੀਦਾ। ਆਖਿਰ ਕਿੰਨੇ ਕੁ ਦਿਨ ਹੋਰ ਜਾਂਚ ਹੋਣੀ ਹੈ, ਇਸ ਪਾਸੇ ਸਾਰਿਆਂ ਦਾ ਧਿਆਨ ਹੈ। ਪਰ ਪੰਜਾਬ ਦੇ ਗਵਰਨਰ
ਤੇ ਮੁੱਖ ਮੰਤਰੀ ਦੇ ਵਿਚਾਲੇ ਜਿਹੜਾ ਇਹ ਪੇਚਾ ਪਿਆ, ਜਿਹੜਾ ਇਹ ਸਿਆਸੀ ਟਕਰਾਅ ਹੈ, ਕਿਤੇ ਨਾ ਕਿਤੇ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੈ, ਪੰਜਾਬ ਦਾ ਅਕਸ ਖਰਾਬ ਹੋ ਰਿਹਾ ਹੈ, ਪੰਜਾਬ ਦੀ ਜਿਹੜੀ ਪੋਲੀਟੀਕਲ ਸਟੇਬਿਲਿਟੀ ਆ ਉਹ ਨਜ਼ਰ ਨਹੀਂ ਆਉਂਦੀ। ਔਰ ਜਦੋਂ ਪੋਲੀਟੀਕਲ ਸਟੇਬਿਲਿਟੀ ਨਜ਼ਰ ਨਹੀਂ ਆਉਂਦੀ ਤਾਂ ਕਿਤੇ ਨਾ ਕਿਤੇ ਫਿਰ ਸੂਬੇ ਦੇ ਵਿੱਚ ਜਿਹੜਾ ਬਾਹਰੀ ਨਿਵੇਸ਼ ਹੈ ਉਹਦੇ ਤੇ ਵੀ ਫਰਕ ਪੈਂਦਾ। ਸੋ ਦਾਅਵੇ ਬਹੁਤ ਨੇ ਕਿ 48,000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਦੇ ਲਈ ਪ੍ਰਪੋਜ਼ਡ ਹੈ, ਸਹਿਮਤੀ ਹੋ ਗਈ, ਪਰ ਉਹ 48,000 ਕਰੋੜ ਕਦੋਂ ਲੱਗੇਗਾ, ਗੱਲ ਇਸ ਗੱਲ ਤੇ ਹੈ। ਕਿਉਂਕਿ ਹੁਣ ਵੈਸੇ ਹੀ ਮੀਂਹਾਂ ਦੇ ਮੌਸਮ ਆਉਣ ਵਾਲੇ ਆ, ਮੀਂਹ ਤਾਂ ਪਈ ਵੀ ਜਾਂਦੇ ਆ, ਬਰਸਾਤਾਂ 'ਚ ਜੂਨ ਜੁਲਾਈ ਅਗਸਤ 'ਚ ਤਾਂ ਵੈਸੇ ਹੀ ਲੋਕ ਕਮਰੇ ਦੀ ਛੱਤ ਨਹੀਂ ਪਾਉਂਦੇ, ਮਕਾਨ ਨੂੰ ਟੀਪ ਨਹੀਂ ਕਰਾਉਂਦੇ, ਕੰਧ ਨਹੀਂ ਚਿਣਦੇ, ਗਾਰੇ ਨਾਲ ਕੰਧ ਵੈਸੇ ਹੀ ਨਹੀਂ ਚਿਣੀ ਜਾਂਦੀ। ਤੇ ਫਿਰ 48,000 ਕਰੋੜ ਦੇ ਨਿਵੇਸ਼ ਦਾ ਕੰਮ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਬਰਸਾਤਾਂ 'ਚ ਮੁਕੰਮਲ ਹੋ ਜਾਊਗਾ। ਇਹਦੀ ਵੀ ਸਟੇਟਸ ਰਿਪੋਰਟ ਭਗਵੰਤ ਮਾਨ ਸਾਹਿਬ ਨੂੰ ਆਉਂਦੇ ਦਿਨਾਂ 'ਚ ਦੇ ਦੇਣੀ ਚਾਹੀਦੀ ਹੈ ਕਿ 48,000 ਕਰੋੜ 'ਚੋਂ ਕੋਈ 1-2 ਹਜ਼ਾਰ ਕਰੋੜ ਦੀਆਂ ਕੋਈ ਇੱਟਾਂ ਉੱਟਾਂ ਲੱਗੀਆਂ ਹੋਣ, ਤਾਂ ਕਿ ਤਸੱਲੀ ਹੁੰਦੀ ਰਹੇ ਪੰਜਾਬੀਆਂ ਨੂੰ। ਕਿਉਂਕਿ ਕੋਈ ਵੀ ਸਰਕਾਰ ਹੋਵੇ, ਗੱਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਨਹੀਂ, ਕੈਪਟਨ ਅਮਰਿੰਦਰ ਦੀ ਸਰਕਾਰ, ਸੁਖਬੀਰ ਬਾਦਲ ਦੀ ਸਰਕਾਰ, ਇਹ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਰਹੀਆਂ ਵੀ ਅਸੀਂ ਦੁਬਈ ਤੋਂ ਟੈਕਨੋਲੋਜੀ ਲਿਆਵਾਂਗੇ, ਕੈਲੀਫੋਰਨੀਆ ਬਣਾ ਦਾਂਗੇ। ਕੈਪਟਨ ਅਮਰਿੰਦਰ ਤਾਂ ਕਹਿੰਦਾ ਸੀ ਵੀ ਕਰਜ਼ੇ ਹੀ ਨਾ ਮੋੜੋ ਕਿਸਾਨਾਂ ਨੂੰ, ਵੀ ਮੇਰੀ ਸਰਕਾਰ ਆ ਰਹੀ ਹੈ, ਨਾਲ ਮਨਪ੍ਰੀਤ ਬਾਦਲ ਵੀ ਸੀ, ਸਾਡੀ ਕਹਿੰਦੇ ਬੈਂਕਾਂ ਨਾਲ ਗੱਲ ਹੋ ਗਈ, ਕਰਜ਼ੇ ਮੋੜਨ ਦੀ ਲੋੜ ਨਹੀਂ, ਤੇ ਜਿਨ੍ਹਾਂ ਨੇ ਨਹੀਂ ਮੋੜੇ ਵਿਚਾਰੇ ਅੱਜ ਤੱਕ ਔਖੇ ਆ। ਤੇ ਕੈਪਟਨ ਤੇ ਮਨਪ੍ਰੀਤ ਬਾਦਲ ਤਾਂ ਭਾਈ ਸੌਖੇ ਆ, ਇਹਨਾਂ ਨੂੰ ਤਾਂ ਤਨਖਾਹਾਂ ਵੀ ਮਿਲ ਗਈਆਂ ਸਰਕਾਰੀ ਤੇ ਪੈਨਸ਼ਨਾਂ ਵੀ ਮਿਲਣ ਲੱਗ ਗਈਆਂ। ਚਲੋ ਚੰਗੀ ਗੱਲ ਹੈ, ਭਗਵੰਤ ਮਾਨ ਨੇ ਪੈਨਸ਼ਨ 1 ਕਰਤੀ। ਸੋ ਪੈਨਸ਼ਨ 1, ਪਰ ਹੋਰ ਬਹੁਤ ਸਾਰੇ ਰਿਫਾਰਮਸ ਨੇ ਜਿਹੜੇ ਕੀਤੇ ਜਾਣੇ ਚਾਹੀਦੇ ਨੇ। ਪੈਨਸ਼ਨ 1 ਵਾਲਾ ਕੰਮ ਚੰਗਾ ਸੀ ਆਮ ਆਦਮੀ ਪਾਰਟੀ ਦਾ, ਪਰ ਬਹੁਤ ਸਾਰੇ ਕੰਮ ਜਿਹੜੇ ਨੇ ਹਜੇ ਕਰਨ ਵਾਲੇ ਬਾਕੀ ਨੇ। ਕਿਉਂਕਿ ਜਿਸ ਰਫਤਾਰ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ, 12-13 ਮਹੀਨੇ ਹੋ ਗਏ, ਸਮਾਂ ਹਜੇ ਹੋਰ ਵੀ ਹੈ, ਪਰ 5-7 ਗੋਲ ਹੁਣ ਤੱਕ ਹੋ ਜਾਣੇ ਚਾਹੀਦੇ ਸੀ, ਜਾਂ ਇੰਜ ਕਹਿ ਲਈਏ ਕ੍ਰਿਕਟ ਦੀ ਭਾਸ਼ਾ ਦੇ ਵਿੱਚ ਹਜੇ ਬਹੁਤ ਸਲੋ ਬੈਟਿੰਗ ਹੋ ਰਹੀ ਹੈ, ਉਨੀ ਤੇਜ਼ੀ ਨਾਲ ਕੰਮ ਨਹੀਂ ਹੋ ਰਹੇ। ਹਾਂ, ਬਿੱਲ 0 ਹੋ ਗਏ ਸੀ ਜ਼ਰੂਰ, ਪਰ ਹੁਣ ਗਰਮੀ ਆ ਗਈ ਭਾਈ, ਹੁਣ ਤਾਂ ਬਿੱਲ ਆਉਣਾ ਹੀ ਹੈ। ਸੋ ਸਾਰਾ ਸਾਲ ਤਾਂ ਬਿੱਲ 0 ਨਹੀਂ ਰਹਿ ਸਕਦੇ ਨਾ। ਹਾਂ, ਏਸੀ ਉਸੀ ਬੰਦ ਕਰ ਲਓ ਫਿਰ ਬਿੱਲ 0 ਹੈ, ਏਸੀ ਨਾ ਚਲਾਓ, ਕੂਲਰ ਨਾ ਚਲਾਓ, ਫਿਰ ਸ਼ਾਇਦ ਬਿੱਲ 0 ਨਹੀਂ ਆਉਂਦਾ। ਨਹੀਂ ਤਾਂ ਏਸੀ ਘੰਟਾ 2 ਘੰਟੇ ਚਲਾ ਲਓ ਦਿਨ 'ਚ, ਸਾਰਾ ਦਿਨ ਪੱਖੇ ਪੁੱਖਿਆਂ ਨਾਲ ਸਾਰ ਲਓ। ਇਹੀ ਇੱਕ ਤਰੀਕਾ ਹੈ 0 ਬਿੱਲ ਦਾ। ਪਰ ਜਿਹੜਾ 1 ਰੁਪਏ ਪੈਟਰੋਲ ਤੇ ਡੀਜ਼ਲ ਵਧਿਆ, ਇਹਦੀ ਜ਼ਿੰਮੇਵਾਰੀ ਵੀ ਆਮ ਆਦਮੀ ਪਾਰਟੀ ਦੇ ਕਈ ਲੀਡਰ ਕੇਂਦਰ ਤੇ ਦੇ ਰਹੇ ਨੇ ਕਿ ਕੇਂਦਰ ਨੇ ਫੰਡ ਰੋਕਿਆ, ਇਸ ਕਰਕੇ ਪੈਟਰੋਲ ਤੇ ਡੀਜ਼ਲ ਵਧਾਇਆ। ਹੁਣ ਇਹ ਵੀ ਨਾਲ ਦੀ ਨਾਲ ਸਪਸ਼ਟੀਕਰਨ ਦੇ ਦਿਓ ਕਿ ਜੇ ਕੇਂਦਰ ਨੇ ਫੰਡ ਜਾਰੀ ਕਰਤੇ ਤੇ ਕੀ ਇਹ 1 ਰੁਪਏ ਹੁਣ ਤੇ ਜਿਹੜਾ 23 ਫਰਵਰੀ ਨੂੰ ਵਧਾਇਆ ਸੀ ਲਗਭਗ 90-92 ਪੈਸੇ, ਹੁਣ ਵੀ ਕਹਿੰਦੇ 90-92 ਪੈਸੇ ਹੀ ਹੈ, 2 ਰੁਪਏ ਦੇ ਕਰੀਬ, ਕੀ ਇਹ ਵਾਪਸ ਹੋ ਜਾਏਗਾ? ਇਹ ਵੀ ਇੱਕ ਟਵੀਟ ਕਰ ਦਿਓ, ਲੋਕਾਂ ਨੂੰ ਤਸੱਲੀ ਹੋ ਜਾਊਗੀ ਵੀ ਭਾਈ ਜੇ ਕੇਂਦਰ ਪੈਸੇ ਦੇ ਦੂਗਾ ਤੇ ਪੈਟਰੋਲ ਡੀਜ਼ਲ ਸਸਤਾ ਹੋ ਜੂ। ਕਿਉਂਕਿ ਪੈਟਰੋਲ ਡੀਜ਼ਲ ਮਹਿੰਗਾ ਹੋਣ ਦੇ ਨਾਲ ਸਾਡੀ ਖੇਤੀ ਮਹਿੰਗੀ ਹੋ ਰਹੀ ਹੈ, ਸਾਡੀ ਆਰਥਿਕਤਾ ਡਾਵਾਂਡੋਲ ਹੈ। ਮਾਰਕੀਟਿੰਗ ਵਾਲੇ ਨੌਜਵਾਨ ਜਿਹੜੇ ਅੱਜ ਕੱਲ੍ਹ ਮੋਟਰਸਾਈਕਲਾਂ ਤੇ ਪੀਜ਼ੇ 버ਗਰ ਡਿਲੀਵਰ ਕਰਦੇ ਨੇ ਨੌਜਵਾਨ, ਉਹ ਬੜੇ ਔਖੇ ਨੇ। ਜਾਂ ਕਿਸਾਨਾਂ ਲਈ ਤੇ ਜਿਹੜੇ ਅੱਜ ਕੱਲ੍ਹ ਨੌਜਵਾਨ ਮੋਟਰਸਾਈਕਲਾਂ ਤੇ ਖਾਣ ਪੀਣ ਦਾ ਸਮਾਨ ਡਿਲੀਵਰ ਕਰਦੇ ਨੇ, ਉਹਨਾਂ ਲਈ ਕੋਈ ਸਬਸਿਡੀ ਦੀ ਸਕੀਮ ਲਿਆਓ ਵੀ ਭਾਈ ਆਪਣਾ ਆਈ ਕਾਰਡ ਦਿਖਾਓ ਤੇ ਸਰਕਾਰ ਤੁਹਾਡੇ ਕੋਲੋਂ ਵਾਧੂ ਪੈਟਰੋਲ ਤੇ ਡੀਜ਼ਲ ਦਾ ਚਾਰਜ ਨਹੀਂ ਲਊਗੀ। ਸੋ ਕਿਸਾਨਾਂ ਦੇ ਲਈ ਡੀਜ਼ਲ ਦੀ ਸਬਸਿਡੀ ਇਹ ਵੀ ਬੜੀ ਜ਼ਰੂਰੀ ਹੈ, ਮੈਨੂੰ ਲੱਗਦਾ ਹੋ ਜਾਣੀ ਹੈ, ਕਿਉਂਕਿ ਬਿਜਲੀ ਘੱਟ ਹੈ, ਬਿਜਲੀ ਘੱਟ ਵੀ ਹੈ ਤੇ ਬਿਜਲੀ ਦੇ ਕੱਟ ਵੀ ਲੱਗ ਰਹੇ ਨੇ। ਤੇ ਕੱਲ੍ਹ ਦੇ ਇੱਕ ਬੜੇ ਪੰਜਾਬੀ ਦੇ ਅਖਬਾਰ ਦੇ ਵਿੱਚ ਪੰਜਾਬ 'ਚ ਬਿਜਲੀ ਨਿਗਮ ਹੈ ਜਿਹੜੇ, ਉਹਨਾਂ ਦੇ ਕਰਜ਼ੇ ਦੀ ਕਹਾਣੀ ਵੀ ਦੱਸੀ ਗਈ ਹੈ। ਸੋ ਆਉਂਦੇ ਦਿਨਾਂ 'ਚ ਉਹਨੂੰ ਵੀ ਆਪਾਂ ਪਰਤ ਦਰ ਪਰਤ ਖੋਲਾਂਗੇ। ਫਿਲਹਾਲ ਰਾਜਪਾਲ ਜਿਹੜੇ ਪੰਜਾਬ ਦੇ ਨੇ ਉਹਨਾਂ ਦੀ ਗੱਲ ਵੀ ਸੁਣ ਲਈਏ। ਭਗਵੰਤ ਮਾਨ ਨੇ ਉਹਨਾਂ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਹਦੇ 'ਚ ਉਹ ਮਾਈ ਗਵਰਨਮੈਂਟ ਦਾ ਜ਼ਿਕਰ ਕਰਦੇ ਨੇ, ਉਹਨਾਂ ਕੁ ਹਿੱਸਾ ਸੁਣਾ ਦਿੰਦੇ ਹਾਂ, ਨਾਲੇ ਰਾਜਪਾਲ ਦੀ ਗੱਲ ਸੁਣਾ ਦਿੰਦੇ ਹਾਂ। कौन किसको नहीं करने देता? मेरे 10 चिट्ठी का एक जवाब नहीं, कॉन्स्टिट्यूशन के खिलाफ कर रहे हैं वो हैं। सुप्रीम कोर्ट ने, अच्छा वो गए सुप्रीम कोर्ट में, सुप्रीम कोर्ट में क्या डिसीजन हुआ आपको मालूम है? सुप्रीम कोर्ट ने बोला कि इट इज 101% ऑब्लिगेटरी ऑन द चीफ मिनिस्टर, ही हैज टू गिव रिप्लाई। जो भी गवर्नर पूछेंगे वो डॉक्यूमेंट भी देना पड़ेगा, रिप्लाई भी देना पड़ेगा, एक क्लियर वर्ड में है ना।
नहीं तो मेरे से ले लेना जजमेंट की कॉपी। सुनिए सुनिए सुनिए, तो पहले तो इनकी बातचीत कर देता हूँ। अब मेरे पे भी थोड़ी सी डांट पड़ी है, मैं छिपाता कहाँ हूँ। उसमें ये बोला है कि अच्छा, ये मैंने लेटर का पूछा कि लेटर का जवाब दो, तो माननीय मुख्यमंत्री जी ने क्या जवाब दिया था? उन्होंने जवाब ये दिया था कि गवर्नर आप अपना धंधा करो, मैं 3.5 करोड़ लोगों को रिप्रेजेंट करता हूँ, हैं, आपकी बात का कोई जवाब आप नहीं देता क्यों? उसके जवाब में सुप्रीम कोर्ट ने बोला कि जवाब देना पड़ेगा, अभी तक नहीं आया। दूसरा ये भी बोला है कि भाई गवर्नर इनके बराबरी क्यों करना चाहिए, तो इसलिए रामलीला में जो भी बोले उसका जवाब मैं कैसे दूं, क्योंकि सुप्रीम कोर्ट ने बोला है कि बराबरी मत करो। द मोटो ऑफ गवर्नमेंट इज प्रोवाइड इट्स पीपल। चीफ मिनिस्टर सर, ओके, फॉर because the cabinet decision is there, he is also correct to that extent. I am bound by that. The motto of my government is to provide its people a transparent governance. ਡੱਲਾ ਜੀ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਗਵਰਨਰ ਨੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਨੇ, ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ, ਇਹਨਾਂ ਸਾਰੇ ਬਿਆਨਾਂ ਦੇ ਉੱਪਰ ਹਰਪਾਲ ਸਿੰਘ ਚੀਮਾ ਨੇ ਜਿਹੜੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲ ਦਿੰਦੇ ਹੋਏ ਪਲਟਵਾਰ ਵੀ ਕੀਤਾ। ਸੋ ਉਹਨਾਂ ਦੇ ਕੀ ਕੁਝ ਕਿਹਾ ਇਹਨਾਂ ਗੱਲਾਂ ਵਿੱਚੋਂ ਜੋ ਪਲਟਵਾਰ ਕੀਤਾ, ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ? ਉਧਰ ਹਮਲਾਵਰ ਹੋ ਗਏ। ਹਰਪਾਲ ਚੀਮਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਪੰਜਾਬ ਦੇ ਲਈ ਕਹਿੰਦੇ ਅਸੀਂ ਇੱਕ ਵਿਜ਼ਨ ਉਲੀਕਿਆ, 2047 ਤੱਕ ਦਾ ਵਿਜ਼ਨ ਡਾਕੂਮੈਂਟ ਬਣਾ ਰਹੀ ਆਮ ਆਦਮੀ ਪਾਰਟੀ। ਪੱਤਰਕਾਰਾਂ ਨੇ ਸਵਾਲ ਪੁੱਛਿਆ ਗਵਰਨਰ ਦਾ, ਤੇ ਹਰਪਾਲ ਚੀਮਾ ਕਹਿੰਦੇ ਕਿ ਗਵਰਨਰ ਨੂੰ ਸੰਵਿਧਾਨ ਦੇ ਦਾਇਰੇ 'ਚ ਰਹਿਣਾ ਚਾਹੀਦਾ ਹੈ, ਗਵਰਨਰ ਆਪਣੇ ਅਹੁਦੇ ਦੀ ਗਰਿਮਾ ਬਣਾ ਕੇ ਰੱਖਣ। ਉਂਝ ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਉਹਨਾਂ ਦਾ ਜਿਹੜਾ ਸੰਵਿਧਾਨ ਲਿਖਿਆ ਉਹਦੇ ਵਿੱਚ ਡਿਫਾਈਨ ਨੇ ਤਾਕਤਾਂ ਮੰਤਰੀਆਂ ਦੀਆਂ, ਗਵਰਨਰਾਂ ਦੀਆਂ, MLAs ਦੀਆਂ, ਮੁੱਖ ਮੰਤਰੀ ਦੀਆਂ। ਪਰ ਜਿਹੜੇ ਪੋਲੀਟੀਕਲ ਲੀਡਰ ਨੇ ਕਿਸੇ ਵੀ ਪੱਧਰ ਦੇ ਹੋਣ, ਹਾਲਾਂਕਿ ਗਵਰਨਰ ਇੱਕ ਸੰਵਿਧਾਨਕ ਅਹੁਦਾ ਹੈ, ਪਰ ਨਿਯੁਕਤੀ ਜ਼ਿਆਦਾਤਰ ਪੋਲੀਟੀਕਲ ਲੋਕਾਂ ਦੀ ਹੁੰਦੀ ਹੈ। ਕੋਈ ਮੈਂਬਰ ਪਾਰਲੀਮੈਂਟ ਹੁੰਦਾ ਹੈ, ਕੋਈ ਸਾਬਕਾ ਅਧਿਕਾਰੀ ਹੁੰਦਾ ਹੈ, ਕੋਈ ਸਰਕਾਰਾਂ ਦਾ ਕਰੀਬੀ ਹੁੰਦਾ, ਉਹਨਾਂ ਨੂੰ ਗਵਰਨਰ ਲਾ ਦਿੰਦੇ ਨੇ। ਹੁਣ ਗਵਰਨਰ ਇਹ ਵੀ ਕਈ ਵਾਰੀ ਅਜਿਹੇ ਫੈਸਲੇ ਕਰਦੇ ਨੇ ਜਿਨ੍ਹਾਂ 'ਤੇ ਸ਼ੱਕ ਪੈਂਦਾ ਹੈ, ਕਿਉਂਕਿ ਮੈਂ ਸੁਣਿਆ ਸੀ ਮਹਾਰਾਸ਼ਟਰ 'ਚ ਇੱਕ ਵਾਰੀ ਕਹਿੰਦੇ 5:30 ਵਜੇ ਸਹੁੰ ਚੁਕਾਤੀ ਗਵਰਨਰ ਨੇ। ਇਹੋ ਜਿਹਾ ਕਿਹੜਾ ਮੁਸੀਬਤ ਸੀ ਵੀ ਰਾਤੋਂ ਰਾਤ ਸਹੁੰ ਚੁਕਾਤੀ? 5:30 ਵਜੇ ਤਾਂ ਬੜਾ ਔਖਾ ਹੁੰਦਾ। ਮੈਨੂੰ ਲੱਗਦਾ ਯੋਗਾ ਵਾਲੇ ਵੀ ਪਾਰਕਾਂ 'ਚ ਨਹੀਂ ਪਹੁੰਚਦੇ ਸਾਰੇ, ਕਈ ਤਾਂ ਚਲੇ ਜਾਂਦੇ ਭਾਈ 4:30 5 ਵਜੇ ਵੀ। ਸਾਡੇ ਪਿੰਡਾਂ ਵਾਲੇ ਪਾਣੀ ਪੂਣੀ ਲਾਉਣ ਵਾਲੇ ਤਾਂ 4 ਵਜੇ ਮੂੰਹ ਨੇਰੇ ਉੱਠ ਜਾਂਦੇ। ਉਂਝ ਕਈ ਲੋਕ ਵਰਜਿਸ਼ ਕਰਨ ਵਾਲੇ ਸਾਜਰੇ ਉੱਠ ਜਾਂਦੇ ਨੇ, ਪਰ ਗਵਰਨਰ ਨੇ ਸਹੁੰ ਸਰਕਾਰ ਦੀ 5:30 6 ਵਜੇ ਚੁਕਾਤੀ ਸੀ, ਬਾਅਦ 'ਚੋਂ ਸਹੁੰ ਚੱਲੀ ਨਹੀਂ। ਸੋ ਕਈ ਵਾਰੀ ਸਵਾਲ ਖੜੇ ਹੋ ਜਾਂਦੇ ਗਵਰਨਰਾਂ ਦੀਆਂ ਭੂਮਿਕਾ 'ਤੇ ਵੀ। ਇਸ ਕਰਕੇ ਕੇਸ ਟੂ ਕੇਸ ਨਿਰਭਰ ਕਰਦਾ ਕਿ ਕਿਹੜੇ ਗਵਰਨਰ ਦਾ ਆਚਰਣ ਕਿਹੋ ਜਿਹਾ। ਉਂਝ ਗਵਰਨਰ ਹੋਣ, ਮੁੱਖ ਮੰਤਰੀ ਹੋਣ, ਮੰਤਰੀ ਹੋਣ, MLA ਹੋਣ ਜਾਂ ਨਾਗਰਿਕ ਹੋਣ, ਸਾਰਿਆਂ ਦੀ ਆਪਣੀ ਆਪਣੀ ਮਰਿਆਦਾ, ਹੱਦ, ਸੀਮਾਵਾਂ ਅਤੇ ਉਹਨਾਂ ਦੇ ਕਰਤੱਵ ਅਤੇ ਅਧਿਕਾਰ ਨੇ ਸੰਵਿਧਾਨ ਦੇ ਵਿੱਚ। ਸੋ ਉਹਨਾਂ ਦੇ ਮੁਤਾਬਕ ਹੀ ਸਭ ਨੂੰ ਅੱਗੇ ਵਧਣਾ ਚਾਹੀਦਾ। ਫਿਲਹਾਲ ਹਰਪਾਲ ਚੀਮਾ ਦੀ ਗੱਲ ਵੀ ਸੁਣ ਲਈਏ। ਔਰ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਜਵਾਬ ਦੇ ਰਹੀ ਆ। ਜਿਹੜੇ ਵਾਅਦੇ, ਜਿਹੜੀਆਂ ਗਰੰਟੀਆਂ ਦੇ ਕੇ ਅਸੀਂ ਸੱਤਾ ਵਿੱਚ ਆਏ ਸੀਗੇ ਕਿ 300 ਯੂਨਿਟ ਬਿਜਲੀ ਮਾਫ ਕਰਾਂਗੇ, ਅਸੀਂ ਆਪਦਾ ਵਾਅਦਾ ਪੂਰਾ ਕੀਤਾ, ਅਸੀਂ ਉਹ ਲੋਕਾਂ ਨੂੰ ਜਵਾਬ ਦੇ ਰਹਾਂਗੇ। ਸਕੂਲ ਆਫ ਐਮੀਨੈਂਸ ਗੱਲ ਹੋਈ, ਜਿੰਨੀਆਂ ਵੀ ਗਰੰਟੀਆਂ ਸੀਗੀਆਂ ਉਹਨਾਂ ਸਾਰੀਆਂ ਗਰੰਟੀਆਂ 'ਤੇ ਕੰਮ ਹੋ ਰਿਹਾ, ਸਾਰੇ ਅਸੀਂ ਵਾਅਦੇ ਪੂਰੇ ਕਰ ਰਹੇ ਹਾਂ, ਇੱਕ ਇੱਕ ਕਰਕੇ ਪੂਰਾ ਹੋ ਰਿਹਾ। ਹਾਂ, ਇਹ ਹੋ ਸਕਦਾ ਕਿ ਇੱਕ ਅੱਧਾ ਰਹਿ ਗਿਆ ਹੋਵੇ, ਉਹ ਅਸੀਂ ਪੂਰਾ ਕਰਾਂਗੇ। ਸੋ ਮੇਰਾ ਕਹਿਣ ਦਾ ਭਾਵ ਆ, ਜਿਸ ਬਹੁਮਤ ਦੇ ਨਾਲ ਲੋਕਾਂ ਨੇ ਸਰਕਾਰ ਚੁਣੀ ਸੀ, ਅਸੀਂ ਉਸ ਬਹੁਮਤ ਦੇ ਨਾਲ ਲੋਕਾਂ ਨੂੰ ਜੋ ਕਹਿ ਕੇ ਆਏ ਸੀ ਉਸ ਉੱਤੇ ਕੰਮ ਕਰ ਰਹੇ ਹਾਂ। ਰਹੀ ਗੱਲ ਮਾਨਯੋਗ ਗਵਰਨਰ ਸਾਹਿਬ ਦੀ, ਮੈਂ ਮਾਨਯੋਗ ਗਵਰਨਰ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਆਪਣੀ ਅਹੁਦੇ ਦੀ ਗਰਿਮਾ ਨੂੰ ਬਣਾ ਕੇ ਰੱਖਣ, ਸੰਵਿਧਾਨਕ ਕਦਰਾਂ ਕੀਮਤਾਂ ਦੀ ਪਾਲਣ ਕਰਨ। ਜੋ ਸੰਵਿਧਾਨ ਦੇ ਅੰਦਰ ਸ਼ਕਤੀਆਂ ਡਿਫਾਈਨ ਕੀਤੀਆਂ ਗਈਆਂ ਨੇਗੀਆਂ, ਜੋ ਸੰਵਿਧਾਨ ਦੇ ਅੰਦਰ ਪਾਵਰ ਦੀ ਡਿਵੀਜ਼ਨ ਕੀਤੀ ਗਈ ਆ, ਜੋ ਸੰਵਿਧਾਨ ਦੇ ਅੰਦਰ
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਦੇ ਅੰਦਰ ਹਰ ਇੱਕ ਅਹੁਦੇ ਦੀ ਗਰਮਾ ਦਾ ਖਿਆਲ ਰੱਖਿਆ ਗਿਆ ਕਿ ਰਾਜਪਾਲ ਸਾਹਿਬ ਦੀਆਂ ਕੀ ਸ਼ਕਤੀਆਂ ਹੋਣਗੀਆਂ, ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਕੀ ਸ਼ਕਤੀਆਂ ਹੋਣਗੀਆਂ, ਕੌਂਸਲ ਆਫ ਮਿਨਿਸਟਰਸ ਦੀਆਂ ਕੀ ਸ਼ਕਤੀਆਂ ਹੋਣਗੀਆਂ। ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਨੇਗੀਆਂ ਉਹ ਸੰਵਿਧਾਨ ਦੇ ਅੰਦਰ ਬੜੇ ਅੱਛੇ ਤਰੀਕੇ ਦੇ ਨਾਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਡਿਫਾਈਨ ਕੀਤੀਆਂ ਨੇਗੀਆਂ। ਸਰਕਾਰ ਬਿਲਕੁਲ ਸੰਵਿਧਾਨ ਦੇ ਮੁਤਾਬਕ, ਸੰਵਿਧਾਨ ਦੀ ਆਤਮਾ ਦੇ ਮੁਤਾਬਕ ਕੰਮ ਕਰ ਰਹੀ ਆ। ਕੋਈ ਵੀ ਰੂਲ ਪਹਿਲੀ ਵਾਰ ਪੰਜਾਬ ਦੇ ਅੰਦਰ ਤੋੜਿਆ ਨਹੀਂ ਜਾ ਰਿਹਾ। ਔਰ ਦੂਜੇ ਪਾਸੇ ਮੈਂ ਸਮਝਦਾ ਕੁਝ ਜਿਹੜੀਆਂ ਤਾਕਤਾਂ ਦੀ ਸਰਕਾਰ ਪੰਜਾਬ 'ਚ ਨਹੀਂ ਹੈਗੀ, ਜਿਹੜੀਆਂ ਤਾਕਤਾਂ ਦੀ ਸਰਕਾਰ ਸੈਂਟਰ ਦੇ ਵਿੱਚ ਆ, ਜਿਹੜੀ ਬੀਜੇਪੀ ਦੀ ਸਰਕਾਰ ਸੈਂਟਰ ਦੇ ਵਿੱਚ ਆ, ਮੋਦੀ ਸਾਹਿਬ ਜਿਨ੍ਹਾਂ ਰਾਜਾਂ ਦੇ ਅੰਦਰ ਆਪੋਜੀਸ਼ਨ ਪਾਰਟੀਆਂ ਦੀ ਸਰਕਾਰਾਂ ਨੇਗੀਆਂ, ਵਿਰੋਧੀ ਧਿਰ ਦੀਆਂ ਸਰਕਾਰਾਂ ਨੇਗੀਆਂ, ਉਹਨਾਂ ਸਰਕਾਰਾਂ ਨੂੰ ਕਦੇ ਰਾਜਪਾਲਾਂ ਦੇ ਦੌਰਾਨ, ਮਾਨਯੋਗ ਗਵਰਨਰ ਸਾਹਿਬ ਦੇ ਰਾਹੀਂ, ਕਦੇ ਮਾਨਯੋਗ LG ਦੇ ਰਾਹੀਂ ਤੰਗ ਪਰੇਸ਼ਾਨ ਕਰਨ ਦਾ ਯਤਨ ਕਰਦੇ ਨੇ। ਪਰ ਲੇਕਿਨ ਦੇਸ਼ ਦੇ ਲੋਕ ਡੈਮੋਕ੍ਰੇਸੀ ਦੇ ਅੰਦਰ, ਦੇਸ਼ ਦੇ ਲੋਕ ਵੱਡੇ ਹੁੰਦੇ ਨੇਗੇ, ਦੇਸ਼ ਦੇ ਲੋਕ ਸਰਕਾਰਾਂ ਚੁਣਦੇ ਨੇਗੇ, ਚਾਹੇ ਸਟੇਟ ਦੀਆਂ ਹੋਣ ਚਾਹੇ ਸੈਂਟਰ ਦੀਆਂ ਹੋਣ। ਉਧਰ ਬੀਜੇਪੀ ਨੇ ਵੀ ਪਲਟਵਾਰ ਕੀਤਾ ਹੈ। ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਅਨਿਲ ਸਰੀਨ, ਐਡਵੋਕੇਟ ਅਨਿਲ ਸਰੀਨ ਨੇ ਭਗਵੰਤ ਮਾਨ ਤੇ ਤਿੱਖਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ, ਆਪ ਦੀ ਸਰਕਾਰ ਸੁਪਰੀਮ ਕੋਰਟ ਦੇ ਹੁਕਮ ਵੀ ਮੰਨੇ ਤੇ ਸੰਵਿਧਾਨ ਨੂੰ ਵੀ ਮੰਨੇ। ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਆਪਸੀ ਗਤੀਰੋਧ ਬਹੁਤ ਹੀ ਮੰਦਭਾਗਾ ਹੈ, ਸਾਡੀ ਸਮਝ ਤੋਂ ਬਾਹਰ ਹੈ। ਇੱਕ ਪਾਸੇ ਸੰਵਿਧਾਨ ਔਰ ਕਾਨੂੰਨ ਦੀ ਦੁਹਾਈ ਦਿੰਦੇ ਨੇ, ਦੂਜੇ ਪਾਸੇ ਉਹਦੀਆਂ ਧੱਜੀਆਂ ਉਡਾਉਂਦੇ ਨੇ। ਆਪਣੇ ਸਾਰੇ ਦਫ਼ਤਰਾਂ ਦੇ ਵਿੱਚ ਅੰਬੇਦਕਰ ਸਾਹਿਬ ਦੀ ਫੋਟੋ ਲਾਈ ਹੈ, ਸਵੇਰ ਤੋਂ ਸ਼ਾਮ ਤੱਕ ਅੰਬੇਦਕਰ ਸਾਹਿਬ ਦਾ ਨਾਮ ਲੈਂਦੇ ਨੇ, ਲੇਕਿਨ ਅੰਬੇਦਕਰ ਜੀ ਦੁਆਰਾ ਦਿੱਤਾ ਗਿਆ ਸੰਵਿਧਾਨ ਮੰਨਣ ਨੂੰ ਤਿਆਰ ਨਹੀਂ ਹੈ, ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਇਹ ਕਿਸ ਤਰ੍ਹਾਂ ਦੀ ਸਰਕਾਰ ਹੈ? ਕਿਆ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਹੈ? ਕੱਲ ਜਿਸ ਤਰੀਕੇ ਦੀ ਭਾਸ਼ਾ ਭਗਵੰਤ ਮਾਨ ਜੀ ਨੇ ਰਾਜਪਾਲ ਵਾਸਤੇ ਵਰਤੀ, ਉਹ ਬਹੁਤ ਹੀ ਦੁਖਦਾਈ ਔਰ ਮੰਦਭਾਗੀ ਹੈ। ਗਵਰਨਰ ਸਾਹਿਬ ਨੇ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਚਿੱਠੀਆਂ ਲਿਖੀਆਂ ਨੇ, ਜਾਣਕਾਰੀਆਂ ਮੰਗੀਆਂ ਨੇ, ਲੇਕਿਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਇਹ ਸਰਕਾਰ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਕਿਆ ਇਹ ਹੈ ਸੰਵਿਧਾਨ ਦੀ ਪਾਲਣਾ? ਕਿਆ ਹੈ ਇਹ ਹੈ ਸੁਪਰੀਮ ਕੋਰਟ ਦੀ ਹੁਕਮਾਂ ਦੀ ਪਾਲਣਾ? ਭਗਵੰਤ ਮਾਨ ਜੀ, ਸੰਵਿਧਾਨ ਔਰ ਦੇਸ਼ ਦੇ ਕਾਨੂੰਨ ਔਰ ਸੁਪਰੀਮ ਕੋਰਟ ਨੂੰ ਮੰਨਣਾ ਸਿੱਖੋ। ਸਰਕਾਰ ਸੰਵਿਧਾਨ ਨਾਲ ਚੱਲੇਗੀ, ਸਰਕਾਰ ਦੇਸ਼ ਦੇ ਕਾਨੂੰਨ ਨਾਲ ਚੱਲੇਗੀ। ਡੱਲਾ ਜੀ, ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਬਿਊਰੋ ਨੇ 13 ਜੂਨ ਨੂੰ ਸੱਦਿਆ ਸੀ ਤੇ ਅੱਜ ਕੀ ਚਰਨਜੀਤ ਚੰਨੀ ਵਿਜੀਲੈਂਸ ਬਿਊਰੋ ਅੱਗੇ ਪੇਸ਼ ਹੋਣਗੇ? ਇਸ ਮਾਮਲੇ ਤੇ ਵੀ ਪੂਰਾ ਅਪਡੇਟ ਤੁਹਾਡੇ ਤੋਂ ਜ਼ਰੂਰ ਚਾਹਾਂਗੇ ਕਿ ਇਹ ਮਾਮਲਾ ਕਿੱਥੇ ਖੜਾ ਹੈ, ਇਹ ਮਸਲਾ ਕੀ ਹੈ ਪੂਰਾ। ਹਰਜੋਤ ਜੀ, ਅੱਜ 13 ਜੂਨ ਹੈ। ਅੱਜ ਦੂਜੀ ਵਾਰ ਚਰਨਜੀਤ ਚੰਨੀ ਵਿਜੀਲੈਂਸ ਬਿਊਰੋ ਦੇ ਹੈੱਡਕੁਆਟਰ 'ਚ ਪੇਸ਼ ਹੋ ਸਕਦੇ ਨੇ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਇੱਕ ਵਾਰੀ ਵਿਜੀਲੈਂਸ ਬਿਊਰੋ ਵੱਲੋਂ ਸੱਦਿਆ ਗਿਆ ਸੀ। ਉਦੋਂ ਜਲੰਧਰ ਦੀ ਚੋਣ ਦਾ ਪ੍ਰਚਾਰ ਸਿਖਰਾਂ ਤੇ ਸੀ। ਹੁਣ ਕੁਝ ਦਿਨ ਪਹਿਲਾਂ ਚਰਨਜੀਤ ਚੰਨੀ ਨੂੰ ਦੁਬਾਰਾ ਸੰਮਨ ਭੇਜਿਆ ਗਿਆ ਸੀ 13 ਜੂਨ ਦੇ ਲਈ। ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਅੱਜ ਚਰਨਜੀਤ ਚੰਨੀ ਆਪਣਾ ਕੀ ਰੁਖ ਰੱਖਦੇ ਨੇ। ਉਂਝ ਵਿਜੀਲੈਂਸ ਬਿਊਰੋ ਚਰਨਜੀਤ ਚੰਨੀ ਦੇ ਖਿਲਾਫ ਵੀ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ। ਕਈ ਵਿਧਾਇਕ ਨੇ ਪੰਜਾਬ ਦੇ, ਕਈ ਸਾਬਕਾ ਮੰਤਰੀ ਨੇ ਜਿਨ੍ਹਾਂ ਦੇ ਖਿਲਾਫ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲਿਆਂ ਦੀ ਜਾਂਚ ਹੋ ਰਹੀ ਹੈ। ਭਗਵੰਤ ਮਾਨ ਨੇ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਦਾ ਐਲਾਨ ਕੀਤਾ ਹੋਇਆ, ਦਾਅਵਾ ਕੀਤਾ ਹੋਇਆ। ਪਰ ਇੱਕ ਗੱਲ ਬੜੀ ਹੈਰਾਨ ਕਰਦੀ ਹੈ ਵਾਰ-ਵਾਰ ਕਿ ਭਗਵੰਤ ਮਾਨ ਬਹੁਤ ਦਲੇਰੀ ਦੇ ਨਾਲ ਸਾਰੇ ਸ਼ੱਕੀ ਲੋਕਾਂ ਦੇ ਖਿਲਾਫ ਜਾਂਚ ਚਲਾ ਰਹੇ ਨੇ, ਪਰ ਕਈ ਪੰਜਾਬ ਸਰਕਾਰ ਦੇ ਮੰਤਰੀ, ਕਈ ਪੰਜਾਬ ਸਰਕਾਰ ਦੇ ਵਿਧਾਇਕ, ਕਈ ਸਾਬਕਾ ਮੰਤਰੀ, ਸਾਰਿਆਂ ਦੇ ਖਿਲਾਫ ਵੱਡੀ ਜਾਂਚ ਹੋ ਰਹੀ ਹੈ। ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਾਲੇ ਪਾਸੇ ਹਜੇ ਤੱਕ ਜਾਂਚ ਨਹੀਂ ਤੁਰੀ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਅਸੀਂ ਉਸ ਸਿਸਟਮ 'ਚ ਹਾਂ ਜਿੱਥੇ ਮੁੱਖ ਮੰਤਰੀ ਦੀ ਮਰਜ਼ੀ ਬਿਨਾਂ ਪੱਤਾ ਨਹੀਂ ਹਿਲਦਾ, ਭਗਵੰਤ ਮਾਨ ਦੀ ਮਰਜ਼ੀ ਬਿਨਾਂ ਪੱਤਾ ਨਹੀਂ ਹਿਲਦਾ, ਕੈਪਟਨ ਅਮਰਿੰਦਰ ਦੀ ਮਰਜ਼ੀ ਬਿਨਾਂ ਪੱਤਾ ਨਹੀਂ ਸੀ ਹਿਲਦਾ। ਤੇ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਮੰਤਰੀਆਂ ਤੇ ਵੱਡੇ ਐਲੀਗੇਸ਼ਨ ਹੋਣ ਤੇ ਮੁੱਖ ਮੰਤਰੀ ਵਾਲੇ ਪਾਸੇ ਨਜ਼ਰ ਹੀ ਨਾ ਹੋਵੇ? ਇਹ ਸਵਾਲ ਬਹੁਤ ਵੱਡਾ ਹੈ। ਸਾਬਕਾ ਮੁੱਖ ਮੰਤਰੀਆਂ ਦੇ ਮਾਮਲੇ ਦੇ ਵਿੱਚ ਵੀ ਜਾਂਚ ਭਗਵੰਤ ਮਾਨ ਉਹਨਾਂ ਨੂੰ ਸ਼ੁਰੂ ਕਰਨੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਕਿਸੇ ਸਾਬਕਾ ਮੁੱਖ ਮੰਤਰੀ ਤੋਂ ਡਰਦੇ ਹੋਣਗੇ, ਕਿਉਂਕਿ ਉਹ ਸਿਆਸੀ ਤੌਰ ਤੇ ਬਹੁਤ ਮਜ਼ਬੂਤ ਦਿਖਦੇ ਨੇ।
ਤੇ ਜਦੋਂ ਅਸੀਂ ਚਰਨਜੀਤ ਚੰਨੀ ਹੋਣਾ ਦੀ ਗੱਲ ਸੁਣਦੇ ਹਾਂ, ਉਹ ਵੀ ਕਹਿੰਦੇ ਮੈਂ ਤਾਂ ਸਿਰਫ ਕੁਝ ਮਹੀਨਿਆਂ ਦਾ ਮੁੱਖ ਮੰਤਰੀ ਸੀ, ਮੇਰੇ ਤੋਂ ਪਹਿਲਾਂ ਵੀ ਮੁੱਖ ਮੰਤਰੀ ਰਹੇ ਨੇ। ਚਰਨਜੀਤ ਚੰਨੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਸਿਰਫ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵੈਸੇ ਸਵਾਲ ਬਹੁਤ ਵੱਡਾ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਆਪ ਕਹਿੰਦੇ ਸੀ ਕਿ ਮੇਰੇ ਕੋਲੇ ਸੂਚੀ ਸੀ ਕਈ ਮੰਤਰੀਆਂ ਦੀ, ਵਿਧਾਇਕਾਂ ਦੀ ਜਿਹੜੇ ਕਰਪਟ ਸੀ। ਘੱਟੋ ਘੱਟ ਵਿਜੀਲੈਂਸ ਬਿਊਰੋ ਕੈਪਟਨ ਅਮਰਿੰਦਰ ਨੂੰ ਸੰਮਨ ਕਰਕੇ ਇਹੀ ਪੁੱਛ ਲਏ ਵੀ ਭਾਈ ਉਹ ਸੂਚੀ ਦੇ ਦਿਓ ਬਤੌਰ ਮੁੱਖ ਮੰਤਰੀ, ਨਹੀਂ ਤਾਂ ਕੈਪਟਨ ਅਮਰਿੰਦਰ ਤੋਂ ਪੁੱਛੋ ਵੀ ਉਹ ਸੂਚੀ ਤਾਂ ਦੇਣੀ ਪੈਣੀ ਹੈ, ਕਿਉਂਕਿ ਉਹ ਸੂਚੀ ਕੋਈ ਊਈ ਮੂਚੀ ਨਹੀਂ ਸੀ, ਉਹ ਕੈਪਟਨ ਅਮਰਿੰਦਰ ਇੱਕ ਮੁੱਖ ਮੰਤਰੀ ਦਾ ਬਿਆਨ ਸੀ। ਡੱਲਾ ਜੀ, ਉਧਰ ਪ੍ਰਤਾਪ ਸਿੰਘ ਬਾਜਵਾ ਤੇ ਆਮ ਆਦਮੀ ਪਾਰਟੀ ਵਿਚਾਲੇ ਵੀ ਜੋ ਹੈ ਸਿਆਸੀ ਤਲਖੀ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਵੀ ਕਈ ਮੁੱਦਿਆਂ ਦੇ ਉੱਪਰ ਸਰਕਾਰ ਦੇ ਉੱਪਰ ਨਿਸ਼ਾਨੇ ਸਾਧ ਰਹੇ ਨੇ, ਪਲਟਵਾਰ ਕਰ ਰਹੇ ਨੇ ਲਗਾਤਾਰ। ਸੋ ਜੇ ਆਪਾਂ ਗੱਲ ਕਰੀਏ 19ਵੀਂ ਦੇ ਸੈਸ਼ਨ ਤੋਂ ਪਹਿਲਾਂ ਜੋ ਪ੍ਰਤਾਪ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਵਿਵਾਦਿਤ ਮੁੱਦਿਆਂ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਕਿਹੜੇ-ਕਿਹੜੇ ਵਿਵਾਦਿਤ ਮੁੱਦਿਆਂ ਤੇ ਜੋ ਹੈ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ, ਇਸ ਦੀ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਹਰਜੋਤ ਜੀ, ਕੋਈ ਸ਼ੱਕ ਨਹੀਂ ਪ੍ਰਤਾਪ ਸਿੰਘ ਬਾਜਵਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਚਾਲੇ ਕਈ ਮੁੱਦਿਆਂ ਤੇ ਟਕਰਾਅ ਹੈ। ਕੁਝ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਵੀਡੀਓ ਬਿਆਨ ਤੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਇਤਰਾਜ਼ ਪ੍ਰਗਟ ਕੀਤਾ ਸੀ ਔਰ ਹੁਣ ਇਸ ਤਰੀਕੇ ਦੀਆਂ ਮੀਡੀਆ ਰਿਪੋਰਟਾਂ ਨੇ, ਚਰਚਾਵਾਂ ਨੇ। ਪ੍ਰਤਾਪ ਸਿੰਘ ਬਾਜਵਾ ਦਾ ਇੱਕ ਪ੍ਰੈਸ ਨੋਟ ਵੀ ਹੈ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਨੂੰ ਸ਼ੰਕਾ ਹੈ ਕਿ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ, ਮੇਰੇ ਖਿਲਾਫ ਕਹਿੰਦੇ ਵਿਸ਼ੇਸ਼ ਅਧਿਕਾਰ ਹੰਨਣ ਦਾ ਪ੍ਰਸਤਾਵ ਲਿਆ ਸਕਦੇ ਨੇ। ਸੋ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਖਿਲਾਫ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆ ਸਕਦੀ ਹੈ ਆਮ ਆਦਮੀ ਪਾਰਟੀ। ਔਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਮੇਰੀ ਵੀਡੀਓ ਜਨਤਕ ਖੇਤਰ 'ਚ ਹੈ, ਮੈਂ ਕਿਸੇ ਭਾਈਚਾਰੇ ਬਾਰੇ ਅਪਸ਼ਬਦ ਨਹੀਂ ਬੋਲੇ। ਬਲਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਤੇ ਇਲਜ਼ਾਮ ਲਾਇਆ, ਜਿਹੜੇ ਆਮ ਆਦਮੀ ਪਾਰਟੀ ਦੇ ਮੁਖੀ ਨੇ, ਕਿ ਉਹਨਾਂ ਨੇ ਇੱਕ ਸਾਬਕਾ ਰਾਖਵੇਂਕਰਨ ਦੇ ਭਾਈਚਾਰੇ ਨਾਲ ਸੰਬੰਧਿਤ ਮੁੱਖ ਮੰਤਰੀ ਤੇ ਚੰਗੀ ਸ਼ਬਦਾਵਲੀ ਨਹੀਂ ਵਰਤੀ। ਅਰਵਿੰਦ ਕੇਜਰੀਵਾਲ ਕੀ ਉਹਦੇ ਲਈ ਮਾਫੀ ਮੰਗਣਗੇ? ਇਹ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਆਪਣੀ ਗੱਲ ਕਹਿ ਰਹੇ ਨੇ। ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਮੇਰੇ ਖਿਲਾਫ ਕੂ ਪ੍ਰਚਾਰ ਕਰ ਰਹੀ ਹੈ, ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਔਰ ਵਿਰੋਧੀ ਪਾਰਟੀ ਦੇ ਅਧਿਕਾਰਾਂ ਦੀ ਉਹ ਕਹਿੰਦੇ ਵਿਧਾਨ ਸਭਾ 'ਚ ਉਲੰਘਣਾ ਹੋ ਸਕਦੀ ਹੈ। ਸੋ ਕਹਿੰਦੇ ਕਿ ਇਹ ਸਹੀ ਨਹੀਂ ਹੈ। ਪਹਿਲਾਂ ਆਮ ਆਦਮੀ ਪਾਰਟੀ ਇਹ ਦੱਸੇ ਕਿ ਇੱਕ ਮੰਤਰੀ ਜਿਹਦੀ ਸ਼ਿਕਾਇਤ ਦਿੱਤੀ ਗਈ ਹੈ ਇੱਕ ਰਾਖਵੇਂਕਰਨ ਨਾਲ ਸੰਬੰਧਿਤ ਨੌਜਵਾਨ ਵੱਲੋਂ, ਉਹਦੇ ਤੇ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ। ਸੋ ਇਹ ਬਹੁਤ ਇੱਕ ਮਾਮਲਾ ਜਿਹੜਾ ਇਹ ਵੱਡਾ ਬਣਦਾ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਵਰਸਸ ਸਰਕਾਰ। ਔਰ ਮੈਨੂੰ ਲੱਗਦਾ ਹੈ ਅਗਰ 19 ਔਰ 20 ਦੇ ਸੈਸ਼ਨ 'ਚ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਇਹ ਗੱਲ ਹੋਰ ਅੱਗੇ ਤੁਰੇਗੀ। ਹਰਜੋਤ ਜੀ, ਪ੍ਰਤਾਪ ਸਿੰਘ ਬਾਜਵਾ ਵੀ ਵਿਰੋਧੀ ਧਿਰ ਦੇ ਲੀਡਰ ਨੇ, ਨਿਧੜਕ ਆਗੂ ਨੇ ਔਰ ਬਹੁਤ ਚੰਗੇ ਤਰੀਕੇ ਨਾਲ ਵੱਖ-ਵੱਖ ਮੁੱਦਿਆਂ 'ਤੇ ਉਹ ਅੱਗੇ ਵੱਧਦੇ ਨੇ। ਔਰ ਸਭ ਨੂੰ ਯਾਦ ਹੈ ਕਿ ਕਿਵੇਂ ਭਗਵੰਤ ਸਿੰਘ ਮਾਨ ਔਰ ਪ੍ਰਤਾਪ ਸਿੰਘ ਬਾਜਵਾ ਦੇ ਵਿਚਾਲੇ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਟਕਰਾਅ ਹੋਇਆ ਸੀ, ਤਕਰਾਰ ਹੋਈ ਸੀ। ਸੋ ਇਸ ਵਾਰ ਫਿਰ ਇਹਨਾਂ ਦੋਹਾਂ ਲੀਡਰਾਂ ਦੇ ਵਿੱਚ ਕੋਈ ਸਾਨੂੰ ਤਿੱਖੀ ਭਾਸ਼ਾ, ਕੋਈ ਕੌੜੀ ਭਾਸ਼ਾ ਵਾਲਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਡੱਲਾ ਜੀ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੋਰ ਕਿਹੜੀਆਂ ਖਾਸ ਖਬਰਾਂ ਤੁਸੀਂ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹੋਗੇ? ਹਰਜੋਤ ਜੀ, ਅਖੀਰ 'ਚ ਲਾਅ ਐਂਡ ਆਰਡਰ ਦੀ ਗੱਲ ਕਰਨੀ ਬਣਦੀ ਹੈ। ਅਚਾਨਕ ਹੀ ਇੱਕ ਵਾਰ ਫਿਰ ਕਈ ਵੱਡੀਆਂ ਘਟਨਾਵਾਂ ਆਈਆਂ। ਲੁਧਿਆਣਾ 'ਚ ਕਹਿੰਦੇ 8 ਕਰੋੜ 49 ਲੱਖ ਰੁਪਏ ਦੀ ਰਾਸ਼ੀ ਹੁਣ ਆਖਰੀ ਰਾਸ਼ੀ ਦੇ ਤੌਰ ਤੇ ਨਿਕਲੀ ਹੈ। ਲਗਭਗ ਇੰਨੀ ਹੈ 8.49 ਕਰੋੜ ਦੇ ਲਗਭਗ ਹੈ ਜਿਹੜਾ ਉਹ ਲੁੱਟਿਆ ਗਿਆ ਸੀ ਇੱਕ ਕੈਸ਼ ਵੈਨ 'ਚੋਂ। ਸਾਨੂੰ ਪਤਾ ਲੁਧਿਆਣੇ ਦੇ ਵਿੱਚ ਜਿਹੜੀ ਸਿਕਿਉਰਿਟੀ ਏਜੰਸੀ ਜਿਹੜੀ ਕੈਸ਼ ਵੈਨ ਅੱਗੇ ਲੈ ਕੇ ਜਾਂਦੇ ਨੇ, ਉੱਥੇ ਇੱਕ ਤਰੀਕੇ ਨਾਲ ਵੱਡੀ ਲੁੱਟ ਹੋਈ ਸੀ। ਪਹਿਲਾਂ ਹੀ 10 ਕਰੋੜ ਦੀ ਗੱਲ ਆਈ ਸੀ, ਫਿਰ 7 ਕਰੋੜ ਦੀ ਗੱਲ ਵੀ। ਹੁਣ ਅਧਿਕਾਰਿਕ ਅਫੀਸ਼ੀਅਲ ਬਿਆਨ ਹੈ ਕਿ 8 ਕਰੋੜ 49 ਲੱਖ ਦੇ ਆਸ-ਪਾਸ ਦੀ ਰਕਮ ਹੈ ਜਿਹੜੀ ਉਹ ਲੁੱਟੀ ਗਈ ਹੈ। ਉਧਰ ਮੋਗੇ ਦੇ ਵਿੱਚ ਕੱਲ ਇੱਕ ਸੁਨਿਆਰੇ ਦਾ ਮਰਡਰ ਕਰ ਦਿੱਤਾ ਗਿਆ। ਗਾਹਕ ਬਣ ਕੇ ਕੁਝ ਨੌਜਵਾਨ ਸੁਨਿਆਰੇ ਦੀ ਦੁਕਾਨ ਤੇ ਗਏ ਤੇ ਉਸ ਤੇ ਗੋਲੀ ਮਾਰ ਦਿੱਤੀ ਗਈ। ਕਹਿੰਦੇ ਡੀਐਮਸੀ ਹਸਪਤਾਲ ਇਲਾਜ ਲਈ ਉਸ ਨੌਜਵਾਨ ਸੁਨਿਆਰੇ ਨੂੰ ਭੇਜਿਆ ਗਿਆ, ਪਰ ਉਹ ਆਪਣੀ ਜ਼ਿੰਦਗੀ ਨਹੀਂ ਬਚਾ ਸਕੇ ਡਾਕਟਰ ਉਸਦੀ, ਔਰ ਉਹ ਦੁਨੀਆ ਤੋਂ ਚਲਾ ਗਿਆ। ਸੋ ਲੋਕਾਂ ਦੇ ਵਿੱਚ ਰੋਸ ਬਹੁਤ ਜ਼ਿਆਦਾ ਹੈ। CCTV ਫੁਟੇਜ ਵੀ ਮੀਡੀਆ 'ਚ ਦਿਖਾਈ ਜਾ ਰਹੀ ਹੈ ਕਿ ਕਿਵੇਂ ਦਿਨ ਦਿਹਾੜੇ ਸੁਨਿਆਰੇ ਦੁਕਾਨ 'ਚ ਆਉਂਦੇ ਨੇ ਤੇ ਗੋਲੀ ਮਾਰ ਕੇ ਲੁੱਟ ਕੇ ਫਰਾਰ ਹੁੰਦੇ ਨੇ। ਇਸੇ ਤਰ੍ਹਾਂ ਕਹਿੰਦੇ ਅੰਮ੍ਰਿਤਸਰ ਦੇ ਵਿੱਚ
ਅੱਖਾਂ 'ਚ ਮਿਰਚਾਂ ਪਾ ਕੇ ਲੱਖਾਂ ਦੀ ਲੁੱਟ ਕਰ ਦਿੱਤੀ ਗਈ। ਸੋ ਮੈਨੂੰ ਲੱਗਦਾ ਇੱਕ ਵਾਰੀ ਫੇਰ ਅਚਾਨਕ ਹੀ ਇਸ ਤਰੀਕੇ ਦੀਆਂ ਖਬਰਾਂ ਨੇ ਜਿਹੜੀਆਂ ਲਾ ਐਂਡ ਆਰਡਰ ਦੇ ਉੱਤੇ ਸਵਾਲ ਖੜਾ ਕਰਦੀਆਂ ਨੇ, ਉਹ ਬਾਹਰ ਆ ਰਹੀਆਂ ਨੇ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵਾਧੂ ਪੁਲਿਸ ਫੋਰਸ ਭਰਤੀ ਕੀਤੇ ਜਾਣ ਦੀ ਲੋੜ ਹੈ। ਜਿਹੜਾ 22-2300 ਦਾ ਅੰਕੜਾ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਬਹੁਤ ਘੱਟ ਹੈ। ਮੇਰੀ ਨਜ਼ਰ ਮੁਤਾਬਕ ਜਿਵੇਂ ਚੰਡੀਗੜ੍ਹ ਦੇ ਵਿੱਚ ਹਰ ਨਾਕੇ ਤੇ ਪੁਲਿਸ ਮੁਲਾਜ਼ਮ ਮਿਲਦਾ ਹੈ, ਸਾਨੂੰ ਪੰਜਾਬ ਦੇ ਵਿੱਚ ਘੱਟੋ ਘੱਟ 1 ਲੱਖ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੇ ਜਾਣ ਦੀ ਲੋੜ ਹੈ। ਸੋ ਸਰਕਾਰ ਇਸ ਪਾਸੇ ਜ਼ਰੂਰ ਧਿਆਨ ਦੇਵੇ, ਤਾਂ ਹੀ ਲਾ ਐਂਡ ਆਰਡਰ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ, ਜਦੋਂ ਸਾਡੇ ਕੋਲੇ ਪੁਲਿਸ ਫੋਰਸ ਬਹੁਤ ਜ਼ਿਆਦਾ ਹੋਏਗੀ। ਹੁਣ ਵੀ ਕਿਉਂਕਿ ਪੰਜਾਬ ਦਾ ਖੇਤਰਫਲ ਬਹੁਤ ਵੱਡਾ ਹੈ ਤੇ ਹਰ ਇੱਕ ਥਾਂ ਦੇ ਉੱਤੇ ਪੁਲਿਸ ਦਾ ਤੁਰੰਤ ਪਹੁੰਚਣਾ ਵੀ ਆਸਾਨ ਨਹੀਂ ਹੈ। ਕੱਲ੍ਹ ਵੀ ਜਿੱਥੇ ਘਟਨਾ ਵਾਪਰੀ, ਕਹਿੰਦੇ ਪੁਲਿਸ ਨੂੰ ਉੱਥੇ ਪਹੁੰਚਣ 'ਚ ਥੋੜ੍ਹਾ ਸਮਾਂ ਲੱਗਿਆ। ਸੋ ਇਸ ਕਰਕੇ ਪੁਲਿਸ ਫੋਰਸ ਵਾਧੂ ਪੰਜਾਬ ਦੇ ਵਿੱਚ ਚਾਹੀਦੀ ਹੈ, ਜਿਸ ਤਰ੍ਹਾਂ ਨਾਲ ਲਾ ਐਂਡ ਆਰਡਰ ਚੁਣੌਤੀ ਬਣ ਰਿਹਾ ਹੈ। ਸਭ ਤੋਂ ਵੱਧ ਜਿਹੜੀਆਂ FIR ਦਰਜ ਹੋਈਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਦਰਜ ਹੋਈਆਂ, ਫਿਰ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ, ਫਿਰ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ। ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਸਭ ਤੋਂ ਵੱਧ ਕੇਸ ਦਰਜ ਹੋਏ ਆ, ਉਹ ਪਟਿਆਲੇ ਦੇ ਵਿੱਚ 106 ਕੇਸ ਦਰਜ ਹੋਏ ਆ, STF SAS ਨਗਰ ਦੇ ਵਿੱਚ 90 ਕੇਸ ਦਰਜ ਹੋਏ ਆ, ਤਰਨਤਾਰਨ ਜ਼ਿਲ੍ਹੇ ਦੇ ਵਿੱਚ 74 ਕੇਸਿਸ ਦਰਜ ਹੋਏ ਆ। ਕਾਫੀ ਵੱਡੀ ਮਾਤਰਾ ਦੇ ਵਿੱਚ ਇਸ ਸਮੇਂ ਦੇ ਦੌਰਾਨ ਰਿਕਵਰੀ ਹੋਈ ਹੈ, ਜਿਹਦੇ ਵਿੱਚ ਹੈਰੋਇਨ ਦੀ ਰਿਕਵਰੀ 1135 ਕਿਲੋ ਦੀ ਰਿਕਵਰੀ ਹੋਈ ਹੈ, ਜਿਹਦੇ ਵਿੱਚੋਂ 987 ਕਿਲੋ ਦੀ ਜਿਹੜੀ ਰਿਕਵਰੀ ਆ ਉਹ ਪੰਜਾਬ ਦੇ ਅੰਦਰੋਂ ਹੋਈ ਹੈ। 147.5 ਕਿਲੋ ਦੀ ਰਿਕਵਰੀ ਜਿਹੜੀ ਆ ਉਹ ਪੰਜਾਬ ਪੁਲਿਸ ਦੇ ਪ੍ਰੋਐਕਟਿਵ ਅਪਰੋਚ ਦੇ ਨਾਲ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚੋਂ ਹੋਈ ਹੈ। ਓਪੀਐਮ ਦੀ 730 ਕਿਲੋਗ੍ਰਾਮ ਦੀ ਰਿਕਵਰੀ ਹੋਈ ਹੈ। ਪੌਪੀ ਹਸਕ 350 ਕੁਇੰਟਲ ਦੀ ਰਿਕਵਰੀ ਹੋਈ ਹੈ। ਚਰਸ ਦੀ 40 ਕਿਲੋ ਦੀ, ਗਾਂਜਾ 840 ਕਿਲੋਗ੍ਰਾਮ ਰਿਕਵਰ ਹੋਇਆ ਹੈ। ਔਰ ਜਿਹੜੀਆਂ ਮੈਡੀਕਲ ਡਰੱਗਸ ਨੇ, ਜਿੱਦਾਂ ਇੰਜੈਕਸ਼ਨਸ, ਟੈਬਲੇਟਸ, ਜਿਹੜੀਆਂ ਇਲਿਸਿਟ ਡਰੱਗਸ ਨੇ, ਉਹ 62,49,616 ਯੂਨਿਟਸ ਜਿਹੜੇ ਨੇ ਇਸ ਪੀਰੀਅਡ ਦੇ ਦੌਰਾਨ ਫੜੇ ਗਏ। ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਰਿਕਵਰ ਹੋਈ ਹੈ, ਜਿਹਦੇ ਵਿੱਚ 11 ਕਰੋੜ 83 ਲੱਖ 25,000 ਜਿਹੜਾ ਰੁਪਇਆ ਵਾ ਉਹ ਡਰੱਗ ਮਨੀ ਰਿਕਵਰ ਹੋਈ ਹੈ। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਆਪਣਾ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।